सर मैम सर सर तरीके ਦੇ ਨਾਲ ਲੋਕ ਸਨ ਜਿਹੜੇ ਨਸ਼ਾ ਵੇਚਦੇ ਸਨ। 5 ਲੋਕ ਉਹ ਦੇ ਵਿੱਚ ਇਹ फैक्ट्री चलाते सी और उत्थे ये नशा बनता सी। सीधियां सप्लाई जिहड़ी है पंजाब च आनी सी, पंजाब के नौजवानों को ये नशा पहुंचना सी। उस तो पहला ही अमृतसर पुलिस 4.5 लाख की है। अमृतसर पुलिस ने साल की गल है उत्तराखंड में पीसी आप करन जा रहे हैं वो बेसिकली जिहड़ा नशियां दे खिलाफ आप जिहड़ा एक मुहिम शुरू की हुई है ਉਹਦੇ ਪਹਿਲੂ ਦੇ ਵਿੱਚ ਅਸੀਂ ਇਹ ਕਿਹਾ ਸੀਗਾ ਪਿੱਛੇ ਜੇ ਆਪਾਂ ਪੀਸੀਬੀ ਕੀਤੀ ਸੀ ਕਿ ਬਿਲਕੁਲ ਇਹਦੇ ਜਿਹੜਾ ਨਸ਼ਿਆਂ ਦਾ ਜਿਹੜਾ ਵੇਚਦਾ ਹੈ ਔਰ ਕਿੱਥੇ ਵੇਚਦਾ ਹੈ ਔਰ ਉਦੋਂ ਬਾਅਦ ਫਿਰ ਅਸੀਂ ਉਹਦੇ ਪਿੱਛੇ ਵੀ ਜਾਵਾਂਗੇ, ਉਹਦੀ ਜੜ ਤੱਕ ਜਾਵਾਂਗੇ। ਉਹਦੇ ਸਾਰੇ ਜਿਹੜੀ ਇਸ ਇਨਵੈਸਟੀਗੇਸ਼ਨ ਨੂੰ ਜਿਹੜਾ ਕਿ ਇਸ ਪ੍ਰਕਿਰਿਆ ਦਾ ਟੋਟਲ ਕਿਵੇਂ ਚੱਲਦਾ ਹੈ, ਕਿੱਥੋਂ ਆਉਂਦੀ ਹੈ, ਕਿੱਥੇ ਬਣਦੀ ਹੈ, ਕਿਵੇਂ ਪਹੁੰਚਦੀ ਹੈ ਔਰ ਕਿਵੇਂ ਫਿਰ ਸਾਡੇ ਇਸ ਯੂਥ ਤੱਕ ਜਾਂਦੀ ਹੈ, ਉਹ ਸਾਰਾ ਅੱਜ ਜਿਹੜਾ ਆਪਾਂ ਪਰਦਾਫਾਸ਼ ਕਰਨ ਜਾ ਰਹੇ ਹਾਂ। ਤੁਹਾਨੂੰ ਯਾਦ ਹੋਣਾ ਹੈ 17 ਤਰੀਕ ਨੂੰ ਸੁਲਤਾਨਪੁਰ ਏਰੀਆ ਦੇ ਵਿੱਚ ਕੋਈ 10,000 ਜਿਹੜੀਆਂ ਫਾਰਮਾਂ ਇਹੋ ਜਿਹੇ ਜਿਹੜੇ ਡਰੱਗ ਸੀਗੀਆਂ ਉਹ ਰਿਕਵਰ ਹੋਈਆਂ, ਜਿਹਦੇ ਵਿੱਚ 3 ਮੁਲਜ਼ਮ ਗ੍ਰਿਫਤਾਰ ਹੋਏ। ਉਸ ਤੋਂ ਬਾਅਦ 21 ਤਰੀਕ ਨੂੰ ਫਿਰ 2 ਮੁਲਜ਼ਮ ਗ੍ਰਿਫਤਾਰ ਹੋਏ, ਜਿਹਦੇ ਤੋਂ 29,960 ਜਿਹੜੀਆਂ ਫਾਰਮਾਂ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਕੈਪਸੂਲ ਉਹ ਰਿਕਵਰ ਹੋਏ। ਇਹ ਫਿਰ ਅਸੀਂ ਇੱਕ ਸਪੈਸ਼ਲ ਇਨਵੈਸਟੀਗੇਸ਼ਨਸ ਟੀਮਸ ਤਿਆਰ ਕੀਤੀਆਂ। ਇੱਥੇ ਸਾਡੇ ਜਿਹੜੇ ADCP 3 ਅਭਿਮਨਿਊ ਰਾਣਾ ਜੀ, ਇਹਨਾਂ ਦੇ ਥੱਲੇ DCPD ਜਿਹੜੇ ਸਾਡੇ ਮੁਖਵਿੰਦਰ ਜੀ, ਇਹਨਾਂ ਨੇ ਪੂਰੀ ਸੁਪਰਵਾਈਜ਼ ਕਰਕੇ ਆਪਣੀ CIA ਦੀਆਂ ਟੀਮਾਂ ਔਰ ਪੁਲਿਸ ਸਟੇਸ਼ਨ ਸੁਲਤਾਨਵਿੰਡ ਔਰ A ਡਿਵੀਜ਼ਨ ਦੀਆਂ ਜਿਹੜੀਆਂ ਟੀਮਾਂ ਨੂੰ ਲਾ ਕੇ ਅਸੀਂ ਫਿਰ ਉਹਦੀ ਪੂਰੀ ਕੋਖ ਕੀਤੀ ਵੀ ਇਹ ਜਿਹੜਾ ਡਰੱਗਸ ਇਹਨਾਂ ਤੱਕ ਪਹੁੰਚੀ ਕਿਵੇਂ, ਕਿੱਥੋਂ ਆਈ, ਕੌਣ ਲੈ ਕੇ ਆਇਆ ਔਰ ਬਣੀ ਕਿੱਥੇ। ਉਹ ਸਾਰੀਆਂ ਇਨਵੈਸਟੀਗੇਸ਼ਨ ਤੋਂ ਸਾਨੂੰ ਪਤਾ ਲੱਗਿਆ ਕਿ ਪੰਜਾਬ ਸੂਬੇ ਤੋਂ ਬਾਹਰ, ਕਿਉਂਕਿ ਸਾਡੇ ਤਾਂ ਇਹੋ ਜਿਹੀ ਜਿਹੜੀ ਡਰੱਗ ਬਣਦੀ ਨਹੀਂ, ਉਹਦੀ ਬਹੁਤ ਇਨਵੈਸਟੀਗੇਸ਼ਨ ਕਰਨ ਦੇ ਨਾਲ ਕਈ ਪਹਿਲੂ ਦੇਖਣ ਤੋਂ ਬਾਅਦ ਸਾਨੂੰ ਇਹ ਲੱਗਿਆ ਕਿ ਇਹ ਜਿਹੜਾ ਡਰੱਗ ਹੈ ਇਹ ਜਿਹੜੀ ਮੈਨੂਫੈਕਚਰ ਹੁੰਦੀ ਹੈ ਦੇਹਰਾਦੂਨ ਦੀ ਇੱਕ ਫੈਕਟਰੀ 'ਚੋਂ ਹੁੰਦੀ ਹੈ। ਉਹ ਫਿਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਉਹਨਾਂ ਨੂੰ ਰਿਕੁਐਸਟ ਕਰਕੇ ਅਸੀਂ ਡਰੱਗ ਇੰਸਪੈਕਟਰਸ ਦੀਆਂ ਟੀਮਸ ਵੀ ਬਣਾਈਆਂ, 3 ਪਾਰਟੀਆਂ ਬਣਾਈਆਂ, ਕਿਉਂਕਿ ਕਾਨੂੰਨ ਦੇ ਮੁਤਾਬਕ ਇਹੋ ਜਿਹੀ ਜਿਹੜੀ ਡਰੱਗ ਹੈ ਉਹ ਡਰੱਗ ਇੰਸਪੈਕਟਰਸ ਜਿਹੜੇ ਆ ਉਹਨਾਂ ਦਾ ਹੋਣਾ ਜ਼ਰੂਰੀ ਹੈ। ਉਹ ਟੀਮਾਂ ਦੇ ਨਾਲ ਅਸੀਂ ਵੱਖ-ਵੱਖ ਜਗ੍ਹਾ ਤੇ ਰੇਡ ਕਰਵਾਏ, ਜਿੱਥੋਂ ਬਣੀ, ਜਿੱਥੇ ਡਿਸਟ੍ਰੀਬਿਊਟ ਹੋਈ ਔਰ ਅਲਟੀਮੇਟਲੀ ਜਿਹੜਾ ਉਹ ਫੈਕਟਰੀ ਸੀਗੀ ਉਹਦੇ ਤੱਕ ਪਹੁੰਚ ਗਏ। ਔਰ ਉੱਥੇ ਜਦੋਂ ਜਾ ਕੇ ਦੇਖਿਆ, ਉੱਥੋਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵੀ ਨਾਲ ਲਿਆ, ਉੱਥੋਂ ਦੇ ਲੋਕਲ ਜਿਹੜੇ ਡਰੱਗ ਇੰਸਪੈਕਟਰਸ ਉਹਨਾਂ ਦੀ ਲੋਕਲ ਜਿਹੜਾ ਸੀਗਾ ਉਹ ਲੈ ਕੇ ਉੱਥੇ ਰੇਡ ਕੀਤਾ ਤੇ ਪਤਾ ਲੱਗਿਆ ਕਿ ਉੱਥੋਂ ਦੀ ਦੇਹਰਾਦੂਨ ਦੀ ਇੱਕ ਜਿਹੜੀ ਮੈਨੂਫੈਕਚਰਿੰਗ ਕੰਪਨੀ ਹੈ ਉਹਦਾ ਇਹ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਨੇ, ਐਕਚੁਅਲੀ ਕਈ ਵਾਰੀ ਮੈਡੀਸਿਨ ਵੀ ਬਹੁਤ ਰੇਅਰ ਜਿਹੜੀ ਯੂਜ਼ ਵੀ ਹੁੰਦੀ ਹੈ, ਲੇਕਿਨ ਉਹਦਾ ਕੋਈ ਲਾਇਸੈਂਸ ਵੀ ਨਹੀਂ ਸੀਗਾ, ਪਹਿਲਾਂ ਵੀ ਉਹ ਸੀਲ ਹੋਈ ਸੀਗੀ। ਔਰ ਉਹੀ ਜਿਹੜੀ ਮੈਨੂਫੈਕਚਰਿੰਗ ਕੰਪਨੀ ਪੰਜਾਬ ਦੇ ਵਿੱਚ ਸਾਡੀਆਂ ਜਿਹੜੀਆਂ ਦੋਵੇਂ ਕੰਸਾਈਨਮੈਂਟ ਸੀਗੀਆਂ ਉੱਥੋਂ ਹੀ ਬਣੀਆਂ ਹੋਈਆਂ ਸੀਗੀਆਂ, ਉਹ ਸਾਰੇ ਬੈਚ ਮਿਲ ਗਏ, ਉਹਨਾਂ ਦੇ ਬਿੱਲ ਸ਼ਿਲ ਜਿਹੜੇ ਬਾਕੀ ਜੋ ਵੀ ਸੀਗਾ ਉਹ ਸਾਰਾ ਮੈਚ ਹੋ ਗਿਆ। ਤੇ ਅਸੀਂ ਜਿਹੜੀਆਂ ਪੰਜਾਬ 'ਚ ਬਾਕੀ ਆਉਣੀਆਂ ਸੀ, ਜਿਹੜੀਆਂ ਹੋਰ ਪਿਲਸ ਆਉਣੀਆਂ ਸੀਗੀਆਂ, ਉੱਥੋਂ ਅਸੀਂ ਲਗਭਗ 3.5 ਲੱਖ ਦੇ ਲਗਭਗ ਜਿਹੜੀਆਂ ਗੋਲੀਆਂ ਹੋਰ ਉੱਥੋਂ ਰਿਕਵਰ ਕਰ ਲਈਆਂ, ਜਿਹੜੀਆਂ ਕਿ ਅਲਟੀਮੇਟਲੀ ਪੰਜਾਬ ਦੀ ਮਾਰਕੀਟ 'ਚ ਆਉਣੀਆਂ ਸੀਗੀਆਂ। ਸੋ ਫਿਰ ਉਹਨਾਂ ਦਾ ਜਿਹੜਾ ਅਸੀਂ ਸਾਰਾ ਰਿਕਾਰਡ ਦੇਖਿਆ, ਉਹਨਾਂ ਦੇ ਜਿਹੜੇ ਕਾਗਜ਼ ਦੇਖੇ ਤੇ ਉਹ ਬਿਲਕੁਲ ਇਲੀਗਲ ਚੱਲ ਰਹੇ ਸੀਗੇ, ਜਿਹਦੇ ਤੇ ਫਿਰ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਨੂੰ ਕਹਿ ਕੇ ਉੱਥੋਂ ਦਾ ਜਿਹੜਾ ਮਾਲਕ ਸੀਗਾ
ਉਹਨੂੰ ਅਸੀਂ ਅਰੈਸਟ ਕਰ ਲਿਆ ਇਸ ਆਪਣੇ ਕੇਸ ਦੇ ਵਿੱਚ, ਜਿਹੜਾ ਕਿ ਸਾਡੇ ਇੱਥੇ ਏ ਡਿਵੀਜ਼ਨ ਦੇ ਵਿੱਚ ਆਲਰੇਡੀ ਚੱਲ ਰਿਹਾ ਸੀ, ਜਿਹੜਾ ਕਿ 29,000 ਗੋਲੀਆਂ ਆਈਆਂ ਸੀਗੀਆਂ ਔਰ ਪਹਿਲੀਆਂ ਗੋਲੀਆਂ ਵੀ ਆਈਆਂ ਸੀ ਉਹਦੀ ਕੰਟੀਨਿਊਟੀ 'ਚ, ਕਿਉਂਕਿ ਉੱਥੇ ਹੀ ਬਣੀਆਂ ਹੋਈਆਂ ਸੀਗੀਆਂ। ਅਸੀਂ ਉਸ ਫੈਕਟਰੀ ਦੇ ਜਿਹੜਾ ਓਨਰ, ਉਹਨਾਂ ਦਾ ਨਾਮ ਰਾਜਪੂਤ ਕਰਕੇ ਹੈ, ਉਸਮਾਨ ਰਾਜਪੂਤ ਨਾਮ ਦੇ ਵਿਅਕਤੀ ਜਿਹੜਾ ਕਿ ਉਸ ਫੈਕਟਰੀ ਦਾ ਮਾਲਕ ਸੀ, ਉਹਨੂੰ ਅਰੈਸਟ ਕਰ ਲਿਆ। ਅਰੈਸਟ ਕਰਕੇ ਅਸੀਂ ਉਹਦਾ ਪ੍ਰੋਡਕਸ਼ਨ ਵਾਰੰਟ ਲੈ ਰਹੇ ਹਾਂ ਔਰ ਇਹਦੇ ਨਾਲ ਕਿਉਂਕਿ ਕੋਈ ਹੋਰ ਮੈਨੂਫੈਕਚਰਿੰਗ ਨਾ ਕਰ ਸਕੇ ਉਸ ਫੈਕਟਰੀ ਦੇ ਵਿੱਚ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿ ਕੇ ਉਹ ਫੈਕਟਰੀ ਨੂੰ ਤਾਲਾ ਵੀ ਲਵਾਤਾ, ਸੀਲ ਕਰ ਦਿੱਤਾ ਔਰ ਹੁਣ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਸਾਰੀ, ਉਹਦਾ ਸਾਰਾ ਰਿਕਾਰਡ ਛਾਨਿਆ ਜਾ ਰਿਹਾ ਵੀ ਇਹੋ ਜਿਹੀ ਜਿਹੜੀ ਡਰੱਗ ਬਣ ਕੇ ਹੋਰ ਕਿੱਥੇ ਕਿੱਥੇ ਗਈ ਹੈ, ਕਿਹਨਾਂ ਨੂੰ ਉਹਨਾਂ ਨੇ ਭੇਜੀ ਹੈ, ਕਿਵੇਂ ਡਿਸਟ੍ਰੀਬਿਊਸ਼ਨ ਹੋਈ ਹੈ। ਔਰ ਇਹਦਾ ਜਿਹੜਾ ਬੇਸਿਕ ਮੋਡਸ ਆਪਰੈਂਡੀ ਬੜਾ ਮਤਲਬ ਇੰਟਰਸਟਿੰਗ ਹੈ। ਫੈਕਟਰੀ ਤੋਂ ਜਿਹੜੀ ਡਰੱਗ ਚੱਲਦੀ ਹੈ ਲੀਗਲੀ, ਉਹਨੂੰ ਜਿੱਥੇ ਜਾਣੀ ਹੈ ਉਹਦਾ ਬਿਲਕੁਲ ਜਿੱਥੇ ਜਾਂਦੀ ਹੈ ਪੂਰਾ ਉਹਦਾ ਰਿਕਾਰਡ ਰੱਖਣਾ ਹੁੰਦਾ। ਸੋ ਉਸ ਚੀਜ਼ ਨੂੰ ਕਰਨ ਵਾਸਤੇ ਇੱਕ ਡਿਸਟ੍ਰੀਬਿਊਟਰ ਅਪੁਆਇੰਟ ਕਰ ਲੈਂਦੇ ਨੇ, ਉਸ ਫੈਕਟਰੀ ਤੋਂ ਡਿਸਟ੍ਰੀਬਿਊਟਰ ਕੋਲ ਜਾਂਦੀ ਹੈ, ਡਿਸਟ੍ਰੀਬਿਊਟਰ ਅੱਗੇ ਫਿਰ ਇੱਕ ਹੋਰ ਸਬ ਏਜੰਟ ਲਾ ਲਓ ਜਾਂ ਉਹ ਵੀ ਇੱਕ ਤਰ੍ਹਾਂ ਦਾ ਹੋਲਸੇਲਰ ਬਣ ਜਾਂਦਾ ਹੈ, ਉੱਥੇ ਚਲੇ ਜਾਂਦੀ ਹੈ ਔਰ ਉੱਥੋਂ ਫਿਰ ਜਿਹੜਾ ਇਲੀਗਲ ਮਾਰਕੀਟ ਜਾਂ ਲਾ ਲਓ ਡਰੱਗ ਮਾਫੀਆ ਜਿਹੜਾ ਉਹ ਚੱਲਦਾ। ਹੈਰਾਨੀ ਦੀ ਗੱਲ ਹੈ ਕਿ ਜਿਹੜਾ ਉਹ ਥਰਡ ਪੁਆਇੰਟ ਹੁੰਦਾ ਉਹ ਬਿਲਕੁਲ ਫੇਕ ਹੈ। ਸਾਡੀਆਂ ਟੀਮਾਂ ਵੀ ਉੱਥੇ ਗਈਆਂ ਨੇ, ਕੋਈ ਐਡਰੈਸ ਨਹੀਂ, ਬਿਲਕੁਲ ਫੇਕ ਹੈ। ਇਹਦਾ ਮਤਲਬ ਹੈ ਕਿ ਉਹ ਸਾਰਾ ਪ੍ਰੋਸੈਸ ਹੀ ਫੇਕ ਸੀਗਾ। ਸੋ ਇਹ ਪਹਿਲੀ ਵਾਰੀ ਹੋਇਆ ਹੈ ਕਿ ਇੱਕ ਆਪਾਂ ਲੌਜੀਕਲ ਪੁਆਇੰਟ ਤੱਕ ਪਹੁੰਚੇ ਆ। ਜਿਹੜਾ ਇੱਥੇ ਮੈਡੀਸਨ, ਜਿਹੜਾ ਇੱਥੇ ਉਹ ਡਰੱਗ ਆਈ ਹੈ, ਉਹ ਕਿੰਨੇ ਸਪਲਾਈ ਕੀਤੀ ਹੈ, ਕਿੰਨੇ ਡਿਸਟ੍ਰੀਬਿਊਟ ਕੀਤੀ ਹੈ, ਇੱਥੋਂ ਤੱਕ ਕਿ ਕਿਹੜੇ ਵਾਹੀਕਲ ਔਰ ਕਿਹੜੇ ਸਿਸਟਮ ਦੇ ਨਾਲ ਆਈ ਹੈ, ਉਹ ਅਸੀਂ ਸਾਰੇ ਦਾ ਸਾਰਾ ਜਿਹੜਾ ਉਹਨੂੰ ਅਸੀਂ ਇੱਕ ਲੌਜੀਕਲ ਪੁਆਇੰਟ ਤੱਕ ਲੈ ਕੇ ਆ ਰਹੇ ਹਾਂ। ਔਰ ਜਿੱਥੇ ਬਣੀ ਹੈ ਉਹ ਉੱਥੋਂ ਉਹਨੂੰ ਉਹਨਾਂ ਦੇ ਜਿਹੜਾ ਸੀਗਾ ਉਹਦੇ ਪਰਚੇ ਦੇ ਵਿੱਚ ਉਹਨੂੰ ਅਸੀਂ ਅਰੈਸਟ ਵੀ ਕੀਤਾ ਔਰ ਫੈਕਟਰੀ ਨੂੰ ਵੀ ਅਗਾਂਹ ਤੋਂ ਸੀਲ ਕਰ ਦਿੱਤਾ। ਔਰ ਇਹਦੇ ਨਾਲ ਬਾਕੀ ਜਿਹੜੇ ਆਸਪੈਕਟ ਨੇ ਵੀ ਇਹ ਤੋਂ ਪਹਿਲਾਂ ਕਿੱਥੇ ਕਿੱਥੇ ਜਾਂਦੀ ਰਹੀ ਹੈ, ਕੌਣ ਇਹਨੂੰ ਸਪਲਾਈ ਕਰਦਾ ਰਿਹਾ ਔਰ ਕਿਹੜੇ ਟਰਾਂਸਪੋਰਟ ਦੇ ਨਾਲ ਜਾਂਦੀ ਰਹੀ ਹੈ, ਉਹ ਸਾਰੇ ਦਾ ਸਾਰਾ ਜਿਹੜਾ ਹੈ ਇੱਕ ਬੜਾ ਵੱਡਾ ਜਿਹੜਾ ਨੈਟਵਰਕ ਹੈ ਇਹ ਆਪਣਾ ਸਾਡੇ ਸਾਹਮਣੇ ਆਏਗਾ। 10 ਕੁ ਦਿਨਾਂ ਦੇ ਵਿੱਚ ਹੀ ਜਿਹੜਾ ਆਪਾਂ ਆਲਮੋਸਟ 5 ਬੰਦੇ ਤਾਂ ਪਹਿਲਾਂ ਹੀ ਅਰੈਸਟ ਕਰ ਲਏ ਸੀਗੇ, 6ਵਾਂ ਇਹ ਮਾਲਕ ਕਰ ਲਿਆ ਔਰ ਇਹਦੇ ਨਾਲ ਤਕਰੀਬਨ 4.5 ਲੱਖ ਗੋਲੀ ਜਿਹੜੀ ਹੈ ਨਸ਼ੇ ਵਾਲੀ ਉਹ ਆਪਾਂ ਰਿਕਵਰ ਕਰ ਲਿਆ। ਤੁਸੀਂ ਇਮੇਜਿਨ ਕਰ ਸਕਦੇ ਜੇ ਕਿ ਕਿੰਨੇ ਯੂਥ ਨੂੰ ਇਹਨੇ ਖਰਾਬ ਕਰਨਾ ਸੀ, ਕਿੰਨੇ ਜਿਹੜੇ ਲੋਕਾਂ ਦੇ ਜਾਣਾ ਸੀਗਾ। ਸੋ ਇਹ ਮੇਰੇ ਖਿਆਲ ਅੱਜ ਦੇ ਸਾਲ ਦੀ ਸਭ ਤੋਂ ਵੱਡੀ ਰਿਕਵਰੀ ਹੋਏਗੀ ਕਿ 4.5 ਲੱਖ ਜਿਹੜੀ ਗੋਲੀ ਹੈ, ਨਾ ਕੇਵਲ ਉਹ ਬੰਦਿਆਂ ਨੂੰ ਜਿਹੜੇ ਵੇਚਣ ਵਾਲੇ ਸੀਗੇ, ਲਿਆਉਣ ਵਾਲੇ ਸੀ, ਉਹਨਾਂ ਨੂੰ ਵੀ ਅਰੈਸਟ ਕਰ ਲਿਆ, ਬੁੱਕ ਕਰ ਲਿਆ, ਬਲਕਿ ਜਿਹੜਾ ਉਹਨੂੰ ਬਣਾਉਣ ਵਾਲੇ ਸੀ ਉਹ ਵੀ ਕਰ ਲਿਆ। ਔਰ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਜਿੱਥੇ ਜਿੱਥੇ ਉਹ ਗਈ ਹੈ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ। ਸੋ ਸਾਡਾ ਬੜਾ ਕਲੀਅਰ ਕਨਸੈਪਟ ਹੈ, ਟੋਟਲ ਜਿਹੜਾ ਮੈਨੂਫੈਕਚਰ ਤੋਂ ਲੈ ਕੇ ਅਲਟੀਮੇਟਲੀ ਪੁਆਇੰਟ ਆਫ ਸੇਲ ਤੱਕ ਜਿਹੜੇ ਵੀ ਇਨਵੋਲਵ ਹੋਣਗੇ ਉਹ ਸਾਰਿਆਂ ਨੂੰ ਹੀ ਅਸੀਂ ਜਿਹੜਾ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਅਰੈਸਟ ਵੀ ਕਰਾਂਗੇ, ਉਹਨਾਂ ਦੇ ਖਿਲਾਫ ਮੁਕੱਦਮਾ ਵੀ ਚਲਾਵਾਂਗੇ ਔਰ ਉਹਨਾਂ ਦੀਆਂ ਪ੍ਰਾਪਰਟੀ ਵੀ ਸੀਜ਼ ਕਰਾਂਗੇ। ਜੇ ਫੈਕਟਰੀ ਹੋਏਗੀ ਤੇ ਉਹ ਵੀ ਸੀਲ ਹੋਏਗੀ, ਜੇ ਉਹਦੇ ਤੋਂ ਜੋ ਕੁਝ ਬਣਾਇਆ ਹੋਏਗਾ ਉਹ ਸਾਰਾ ਸੀਲ ਹੋਏਗਾ, ਤਾਂ ਕਿ ਆਪਣਾ ਜਿਹੜਾ ਇੱਥੇ ਜਿਹੜਾ ਨਸ਼ੇ ਵਾਲੀ ਜਿਹੜੀ ਹੈ ਜਿਹੜਾ ਲੋਕਾਂ ਨੂੰ ਔਰ ਜਿਹੜੇ ਸਾਡੇ ਯੂਥ ਨੂੰ ਖਰਾਬ ਕਰ ਰਿਹਾ ਉੱਤੇ ਠੱਲ ਪੈ ਸਕੇ। ਤੁਹਾਨੂੰ ਇਹ ਪਤਾ ਹੀ ਹੈ ਕਿ ਕਈ ਵਾਰੀ ਜਿਹੜੀਆਂ ਫਾਰਮਾਸਿਊਟੀਕਲ ਜਿਹੜੀਆਂ ਹੁੰਦੀਆਂ ਨੇ, ਕੋਈ ਰੇਅਰ ਟਾਈਪ ਦੀ ਕੋਈ ਡਿਜ਼ੀਜ਼ ਹੁੰਦੀ ਹੈ ਉਹਦੇ ਵਾਸਤੇ ਹੁੰਦੀ ਹੈ, ਪਰ ਉਹਦੇ ਆੜ ਦੇ ਵਿੱਚ ਇਹ ਜਿਹੜੀ ਹੈ ਜਿਹੜੀ ਬੈਂਡ ਹੈ NDPS ਦੇ ਵਿੱਚ ਹੈ ਉਹ ਬਣਾ ਲੈਂਦੇ ਨੇ, ਲੇਕਿਨ ਉਹਨੂੰ ਗ੍ਰੇ ਮਾਰਕੀਟ ਜਿਹਨੂੰ ਆਪਾਂ ਕਹਿੰਦੇ ਹਾਂ ਇਲੀਗਲ ਮਾਰਕੀਟ 'ਚ ਲਿਆਉਂਦੇ, ਜਿਹੜਾ ਆਪਾਂ ਪਰਦਾਫਾਸ਼ ਕੀਤਾ। ਸਰ ਕਦੋਂ ਤੋਂ ਚੱਲ ਰਹੀ ਸੀ ਫੈਕਟਰੀ ਇਹ ਦੇਖੋ ਇਹ ਤਕਰੀਬਨ ਲਗਭਗ ਆਈ ਥਿੰਕ ਪਿਛਲੇ 5 ਸਾਲ ਤੋਂ ਤਾਂ ਚੱਲ ਹੀ ਰਹੀ ਹੈ। ਬਾਕੀ ਅਸੀਂ ਸਾਰੀ ਇਨਵੈਸਟੀਗੇਟ ਕਰਾਂਗੇ ਕਦੋਂ ਇਹ ਬੈਚ ਬਣੇ, ਕਦੋਂ ਇਹ ਸਿਸਟਮ ਚੱਲਿਆ। ਸੋ 5 ਸਾਲ ਤੋਂ ਤਕਰੀਬਨ ਇਹਨਾਂ ਦੀ ਹੋਂਦ 'ਚ ਆਈ ਹੋਈ ਹੈ ਔਰ ਇੱਕ ਸਮਝ ਲਓ ਅੱਧੇ ਕੁ ਏਕੜ 'ਚ ਬਣੀ ਹੋਏਗੀ, ਚੰਗੀ ਵੱਡੀ ਫੈਕਟਰੀ ਹੈ ਔਰ ਅਸੀਂ ਸਾਰਾ ਹੀ ਰਿਕਾਰਡ ਉਹਨੂੰ ਛਾਨ ਰਹੇ ਹਾਂ। ਸਰ ਪੰਜਾਬ 'ਚ ਇਹ ਸੰਦੇ ਸੀ ਜਾਂ ਹੋਰ ਵੀ ਦੇਸ਼ ਦੇ ਕਈ ਕੋਨਿਆਂ ਦੇ ਵਿੱਚ ਭੇਜਦੇ ਸੀ? ਦੇਖੋ ਅੱਜ ਤਾਂ ਆਪਾਂ ਜਿਹੜੇ ਤੁਹਾਨੂੰ ਦੱਸਿਆ ਹੈ ਕਿ ਅਸੀਂ ਤਾਂ 21 ਤਰੀਕ ਨੂੰ ਜਿਹੜੀ ਸਾਡੀ ਰਿਕਵਰੀ ਹੋਈ 29,000 ਉਸ ਔਰ ਸਾਡੀ ਉਸ ਤੋਂ ਪਹਿਲਾਂ 13 ਤਰੀਕ ਨੂੰ ਰਿਕਵਰੀ ਹੋਈ, ਉਹਦੇ ਬੇਸ ਦੇ ਉੱਤੇ ਹੀ ਅਸੀਂ ਇਹ ਸਾਰੀ ਕਾਰਵਾਈ ਕਰ ਲਈ ਔਰ ਉਸ ਫੈਕਟਰੀ 'ਚੋਂ ਜਿਹੜਾ ਕਿ ਇੱਥੇ ਕੰਸਾਈਨਮੈਂਟ ਆਉਣੀ ਸੀ, ਸਮਝ ਲਓ ਵੀ 4 ਲੱਖ ਜਿਹੜਾ ਉਹ ਫੜ ਲਿਆ, ਰਿਕਵਰ ਕਰ ਲਿਆ। ਹੁਣ ਇਹਨਾਂ ਦਾ ਰਿਕਾਰਡ ਲਿਆਂਦਾ, ਇਹੀ ਮੈਂ ਗੱਲ ਕਹਿ ਰਿਹਾ। ਉਹ ਅਸੀਂ ਪੁਲਿਸ ਅੱਗੇ ਉਹਨੂੰ ਪੇਸ਼ ਕਰਤਾ ਹੈ, ਰਿਮਾਂਡ ਲਿਆ ਜਾ ਰਿਹਾ
ਔਰ ਉਸ ਤੋਂ ਬਾਅਦ ਇਹ ਪਰਦਾਫਾਸ਼ ਹੋਊਗਾ ਕਿ ਹੋਰ ਕਿੱਥੇ ਕਿੱਥੇ ਹੋਏਗੀ। ਸਰ ਇਹ ਜਿਹੜਾ ਨਸ਼ਾ ਸੀ, ਇਹ ਜਿਹੜਾ ਤੁਸੀਂ ਕਹਿ ਰਹੇ ਹੋ, ਇਹ ਗੋਲੀਆਂ ਮੈਡੀਕਲ ਸਟੋਰ ਤੇ ਵਿਕਦੀਆਂ ਜਾਂ ਕਿਰਾਨੇ ਸਟੋਰ ਤੇ ਵਿਕਦੀਆਂ ਜਾਂ ਪਾਣੀ ਦੀ ਦੁਕਾਨਾਂ ਤੇ ਵਿਕਦੀਆਂ? ਦੇਖੋ ਇਹ ਜਿਹੜੀ ਗੱਲ ਦਾ ਮੈਂ ਲਾਸਟ ਟਾਈਮ ਹੀ ਦੱਸਿਆ ਸੀਗਾ, ਇਹਨੂੰ ਕਹਿੰਦੇ ਆ ਫਾਰਵਰਡ ਲਿੰਕੇਜ। ਉਹ ਜਿਹੜੇ ਬੰਦੇ ਲੈ ਕੇ ਆਏ ਸੀਗੇ, ਉਸ ਤੋਂ ਬਾਅਦ ਇਹ ਸਾਰੀਆਂ ਹੀ ਜਗ੍ਹਾ ਦੇ ਉੱਤੇ ਕਰਿਆਨੇ ਵਾਲੇ ਵੀ ਉਹਦੇ ਉਹ ਲੈ ਜਾਂਦੇ ਆ, ਉੱਥੋਂ ਜਿਹੜੇ ਛੋਟੇ ਮੋਟੇ ਖੋਖਾ ਟਾਈਪ ਪਾਨ ਸ਼ਾਨ ਉਹ ਵੀ ਲੈ ਜਾਂਦੇ ਆ, ਤੇ ਕੁਝ ਕੈਮਿਸਟ ਵੀ ਯੂਜ਼ ਕਰਦੇ ਆ। ਉਹ ਪੁਆਇੰਟ ਆਫ ਸੇਲ ਹੈ, ਉਹ ਕੋਈ ਵੀ ਹੋ ਸਕਦੀ, ਜਿੱਥੇ ਕੋਈ ਕਸਟਮਰ ਮਿਲਦਾ ਜਾਂ ਡਾਇਰੈਕਟ ਵੀ ਦੇ ਦਿੰਦੇ ਨੇ। ਸੋ ਉਹ ਚੀਜ਼ਾਂ ਵੀ ਸਾਰੀਆਂ ਇਨਵੈਸਟੀਗੇਸ਼ਨ, ਇਹਨੂੰ ਕਹਿੰਦੇ ਆਪਾਂ ਫਾਰਵਰਡ ਲਿੰਕੇਜ। ਇਹ ਜਿਹੜਾ ਕੀਤਾ ਹੈ ਬੈਕਵਰਡ ਲਿੰਕੇਜ ਹੈ। ਸੋ ਫਾਰਵਰਡ ਲਿੰਕੇਜ ਔਰ ਉਹਦਾ ਟੋਟਲ ਜਿਹੜਾ ਅੱਜ ਦੀ ਡੇਟ ਤੇ ਜ਼ਰੂਰਤ ਹੈ ਕਿ ਇਹਦੇ ਨਾਲ ਜੁੜਿਆ ਹਰ ਜੋ ਵੀ ਟ੍ਰੇਡ ਦੇ ਵਿੱਚ ਸ਼ਾਮਲ ਹੈ ਉਹਨੂੰ ਬਿਲਕੁਲ ਬੁੱਕ ਕੀਤਾ ਜਾਏਗਾ, ਉਹਨੂੰ ਕਾਨੂੰਨ ਦੇ ਮੁਤਾਬਕ ਪੂਰੀ ਸਜ਼ਾ ਦਵਾਈ ਜਾਏਗੀ। ਫੈਕਟਰੀ ਦੇ ਮਾਲਕ ਨੂੰ ਕੋਈ ਡਰਗ ਮਨੀ ਮਿਲੀ? ਤਕਰੀਬਨ 29,000 ਜੋ ਉਸ ਵੇਲੇ ਮੌਕੇ ਤੇ ਸੀਗਾ ਅਸੀਂ ਉਹ ਪਾ ਦਿੱਤੀ ਹੈਗੀ। ਔਰ ਹੁਣ ਤੱਕ ਇਹ ਤਿੰਨਾਂ ਚੀਜ਼ਾਂ ਤੋਂ ਲੱਖ ਪਲੱਸ ਦੀ ਜਿਹੜੀ ਰਿਕਵਰੀ ਹੋ ਚੁੱਕੀ ਹੈ। ਜਿਹੜੀ ਪਹਿਲੀ ਔਰ ਉਹ ਸਾਰਾ ਕੁਝ ਪਾ ਲਿਆ, ਉਹ ਡਰਗ ਮਨੀ ਹੈ। ਲੇਕਿਨ ਇੱਕ ਫੈਕਟਰੀ ਨੂੰ ਹੀ ਸੀਜ਼ ਕਰ ਦੇਣਾ ਔਰ ਉਸ ਤੋਂ ਬਾਅਦ ਉਹਦੇ ਤੇ ਕੇਸ ਚੱਲਣਾ, ਉਹ ਦੂਜਾ ਪਾਰਟ। ਸਰ ਅੰਮ੍ਰਿਤਸਰ ਦੀ ਗੱਲ ਕਰੀਏ, ਸੁਲਤਾਨਪੁਰ ਪਿੰਡ ਦੇ ਵਿੱਚ ਇੱਕ ਫੈਕਟਰੀ ਫੜੀ ਗਈ ਸੀਗੀ, ਡਰੱਗ ਫੈਕਟਰੀ, ਬਹੁਤ ਵੱਡੇ ਪੱਧਰ ਦੇ ਉੱਤੇ ਉੱਥੋਂ ਡਰੱਗ ਫੜੀ ਗਈ ਸੀਗੀ। ਹੁਣ ਵੀ ਇੱਕ ਫੈਕਟਰੀ ਜਿਸ ਤਰ੍ਹਾਂ ਤੁਸੀਂ ਉੱਤਰਾਖੰਡ ਦੇ ਵਿੱਚ ਜਾ ਕੇ ਫੜੀ ਹੈਗੀ ਹੈ, ਅੰਮ੍ਰਿਤਸਰ ਦੇ ਵਿੱਚ ਕੋਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਫੈਕਟਰੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਕਾਗਜ਼ ਪੱਤਰ ਚੈੱਕ ਕੀਤੇ ਜਾ ਰਹੇ ਨੇ? ਕਿਉਂਕਿ ਹੁਣ ਤਾਂ ਅਲਰਟ ਮੋਡ ਤੇ ਤੁਸੀਂ ਆ ਗਏ। ਦੇਖੋ ਜੀ, ਪੂਰੀ ਜਿਹੜੀ ਹੈ ਇਨਵੈਸਟੀਗੇਸ਼ਨ ਇਹਦੀ ਹੋਏਗੀ। ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਦੋ ਤਰ੍ਹਾਂ ਦੀ ਡਰੱਗ ਹੈ, ਇੱਕ ਤਾਂ ਹੈਰੋਇਨ ਬੇਸਡ ਹੈਗੀ ਹੈ ਜਿਹੜੀ ਕਿ ਅਫਗਾਨਿਸਤਾਨ ਬਾਹਰੋਂ ਆਉਂਦੀ ਹੈਗੀ ਹੈ, ਪਾਕਿਸਤਾਨ ਦੇ ਜ਼ਰੀਏ ਕ੍ਰਾਸ ਬਾਰਡਰ ਹੈ। ਦੂਜੀ ਇਹਨੂੰ ਅਸੀਂ ਕਹਿੰਦੇ ਆ ਫਾਰਮਾ ਡਰੱਗ ਜਾਂ ਸਿੰਥੈਟਿਕ ਡਰੱਗ। ਔਰ ਫਾਰਮਾ ਡਰੱਗ ਔਰ ਸਿੰਥੈਟਿਕ ਡਰੱਗ ਇਹਦਾ ਵੀ ਉਨਾ ਹੀ ਵੱਡਾ ਰੋਲ ਹੈ, ਉਨੇ ਹੀ ਵੱਡੇ ਲੈਵਲ ਤੇ ਹੈ, ਕਿਉਂਕਿ ਜਿਹੜਾ ਯੂਥ ਹੈ ਜਾਂ ਇੱਕ ਸਸਤਾ ਮਟੀਰੀਅਲ ਦੇ ਨਾਲ ਔਰ ਅਲਟੀਮੇਟਲੀ ਉਹਨੂੰ ਮੈਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀ ਕਿ ਇਹਨਾਂ ਕੈਪਸੂਲ ਗੋਲੀਆਂ ਨੂੰ ਪੀ ਕੇ ਇੰਜੈਕਸ਼ਨ ਦੇ ਵਿੱਚ ਲਾ ਕੇ ਉਹ ਬਹੁਤ ਡੇਂਜਰਸ ਹੈ, ਜਿਹਦੇ ਨਾਲ ਆਪਾਂ ਕਈ ਵਾਰੀ ਕਹਿ ਲੈਂਦੇ ਆ ਕਿ ਉਹ ਜਿਹੜਾ ਓਵਰਡੋਜ਼ ਨਾਲ ਡੈਥ ਹੋ ਗਈ ਜਾਂ ਅਨ। ਲੇਕਿਨ ਇਹਦੇ ਤੇ ਠੱਲ ਪਾਉਣਾ ਬਹੁਤ ਜ਼ਰੂਰੀ ਹੈ। ਅਸੀਂ ਇਹਦੇ ਪੂਰਾ ਜੜ ਤੱਕ ਜਾਵਾਂਗੇ। ਜਿਵੇਂ ਆਪਾਂ ਤੁਸੀਂ ਦੇਖ ਹੀ ਲਿਆ, 3-4 ਦਿਨਾਂ ਦੇ ਵਿੱਚ ਹੀ ਆਪਾਂ ਉਹਦੇ ਜੜ ਤੱਕ ਜਾ ਕੇ ਉਸ ਫੈਕਟਰੀ ਨੂੰ ਪ੍ਰੋਪਰ ਪ੍ਰੋਸੀਜਰ ਦੇ ਨਾਲ ਸੀਲ ਵੀ ਕਰਾਇਆ, ਮਾਲਕ ਨੂੰ ਵੀ ਅਰੈਸਟ ਕੀਤਾ ਔਰ ਉਹਦਾ ਪੂਰਾ ਡਾਕੂਮੈਂਟ ਵੀ ਲਿਆ। ਪੂਰਾ ਇਹਦਾ ਜਿਹੜਾ ਹੈਗਾ, ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ, ਐਂਡ ਟੂ ਐਂਡ ਜਿਹੜਾ ਹੈ ਉਹ ਰਿਜ਼ਲਟ ਕੱਢਿਆ ਜਾਏਗਾ। ਔਰ ਨਾ ਕੇਵਲ ਉਹਨਾਂ ਵਿਅਕਤੀਆਂ ਨੂੰ ਅਰੈਸਟ ਕੀਤਾ ਜਾਏਗਾ, ਬਲਕਿ ਉਹਨਾਂ ਦੀ ਜਿਹੜੀ ਇਕਨੋਮਿਕ ਇਨਵੈਸਟੀਗੇਸ਼ਨ ਵੀ ਹੋਏਗੀ। ਉਹਨਾਂ ਨੇ ਉਹ ਪੈਸਾ ਜੇ ਕਮਾਇਆ, ਕਿੱਥੇ ਲਾਇਆ, ਉਹ ਸਾਰੀਆਂ ਚੀਜ਼ਾਂ ਕਰਕੇ, ਤਾਂ ਕਿ ਇਹ ਜਿਹੜਾ ਬਹੁਤ ਇੱਕ ਸੀਰੀਅਸ ਬਹੁਤ ਸਮੇਂ ਤੋਂ ਜਿਹੜਾ ਇਹ ਚੱਲਦਾ ਪਿਆ ਡਰੱਗਸ ਦੀ ਇਸ਼ੂ ਹੈ, ਇਹਨੂੰ ਅਸੀਂ ਇੱਕ ਲੌਜੀਕਲ ਪੁਆਇੰਟ ਤੱਕ ਲਿਜਾਈਏ। ਸਿਰਫ 5 ਸਾਲ ਤੋਂ ਇਹ ਫੈਕਟਰੀ ਇੰਨੇ ਵੱਡੇ ਪੈਮਾਨੇ ਤੇ ਕੰਮ ਕਰ ਰਹੀ ਸੀ, ਤੇ ਲੱਗਦਾ ਨਹੀਂ ਕਿਸੇ ਦੀ ਸ਼ਮੂਲੀਅਤ ਹੋਏਗੀ, ਕਿਉਂਕਿ ਸਰਕਾਰ ਜਿਹੜੀ ਹੈ ਉੱਥੇ ਵੀ ਸੀਗੀ ਔਰ ਪ੍ਰਸ਼ਾਸਨਿਕ ਅਧਿਕਾਰੀ ਵੀ ਸੀ, ਪਰ 5 ਸਾਲ ਤੋਂ ਇਹ ਕੰਮ ਕਰ ਰਹੇ ਸੀ। ਦੇਖੋ ਇਹ ਚੀਜ਼ਾਂ ਅਸੀਂ ਉਹਨਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਤਾਂ ਹੀ ਨਾਲ ਲਿਆ। ਅਸੀਂ ਬਿਲਕੁਲ ਪ੍ਰੋਸੀਜਰ ਦੇ ਨਾਲ ਉੱਥੋਂ ਦੇ ਐਸਡੀਐਮ ਸਾਹਿਬ ਔਰ ਉੱਥੋਂ ਦੇ ਡਰੱਗ ਇੰਸਪੈਕਟਰਸ ਨੂੰ ਲਿਆ। ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਡਰੱਗ ਇਸ ਤਰੀਕੇ ਨਾਲ ਇਲੀਗਲ ਚੈਨਲ ਤੱਕ ਆਉਂਦੀ ਹੈ ਔਰ ਉਹਨਾਂ ਦਾ ਜਿਹੜਾ ਮੋਡਸ ਆਪਰੈਂਡੀ ਦੱਸਿਆ, ਤਾਂ ਹੀ ਉਹ ਜਿਹੜੀ ਫੈਕਟਰੀ ਉਹਨਾਂ ਦੇ ਨਾਲ ਲੱਗ ਕੇ ਉਹ ਸੀਲ ਹੋਈ ਹੈ। ਹੁਣ ਉਹ ਜਿਹੜਾ ਸਾਰਾ ਐਸਪੈਕਟ ਹੈਗਾ ਕਿ ਉਹਦਾ ਸਾਰੀਆਂ ਟ੍ਰਾਂਜੈਕਸ਼ਨਸ, ਉਹ ਤਾਂ ਸਕੂਟਰੀ ਦਾ ਮਸਲਾ ਹੈ, ਉਹ ਸਾਰਾ ਇਨਵੈਸਟੀਗੇਸ਼ਨ 'ਚ ਆਏਗਾ। ਲੇਕਿਨ ਅੱਜ ਦੀ ਡੇਟ ਤੇ ਜਿਹੜਾ ਅਸੀਂ ਉਹਦਾ ਜਿਹੜੀ ਉਹ ਕਾਰਵਾਈ, ਬੜੀ ਪੁਖਤਾ ਕਾਰਵਾਈ ਔਰ ਬੜੀ ਐਗਜ਼ੈਂਪਲਰੀ ਕਾਰਵਾਈ ਹੈ, ਜਿਹੜਾ ਕਿ ਇੱਕ ਕਾਨੂੰਨ ਦੇ ਮੁਤਾਬਕ ਬਿਲਕੁਲ ਵੈਲਿਡ ਸੀ ਉਹ ਕੀਤਾ ਹੈ। ਡਾਊਟ ਪੇਪਰ ਤਾਂ ਸਪਲਾਈ ਕਰਦੇ ਸੀ, ਕਿਉਂਕਿ ਜਿਨ੍ਹਾਂ ਨੂੰ ਲੋਕਾਂ ਨੂੰ ਦਿੰਦੇ ਹੋਣਗੇ, ਕੋਈ ਬਿੱਲ ਵੀ ਕੱਟੇ ਹੋਣਗੇ, ਤੇ ਉਹਦੇ ਇੱਕ ਚੇਨ ਬਣ ਸਕਦੀ ਹੈ ਕਿ ਇਹਨਾਂ ਦਿਨਾਂ। ਮੈਂ ਤੁਹਾਨੂੰ ਉਹੀ ਦੱਸਿਆ ਨਾ ਜੀ ਕਿ ਉਹਦਾ ਇੱਕ ਪ੍ਰੋਸੀਜਰ ਬਣਾ ਲੈਂਦੇ ਨੇ ਕਿ ਇਹ ਇੱਕ ਫੈਕਟਰੀ ਤੋਂ ਇੱਕ ਡਿਸਟ੍ਰੀਬਿਊਟਰ ਗਿਆ, ਡਿਸਟ੍ਰੀਬਿਊਟਰ ਤੋਂ ਇੱਕ ਹੋਰ ਤੇ ਗਿਆ, ਉਹ ਇਹੋ ਜਿਹਾ ਚੈਨਲ ਬਣਾ ਲੈਂਦਾ ਕਿ ਤਾਂ ਕਿ ਉਹ ਪਤਾ ਨਾ ਲਾ ਸਕੇ। ਬਟ ਅਸੀਂ ਉਸ ਚੈਨਲ ਨੂੰ ਹੀ ਬ੍ਰੇਕ ਕਰਕੇ ਉਹਨੂੰ ਇੱਕ ਲੌਜੀਕਲ ਪੁਆਇੰਟ ਤੱਕ ਲੈ ਕੇ ਆਏ ਹਾਂ। ਆਮ ਆਦਮੀ ਪਾਰਟੀ ਦੇ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪਹਿਲਾਂ ਜਿਹੜੀਆਂ ਸਰਕਾਰਾਂ ਜਿਹੜੀਆਂ ਨਸ਼ੇ ਨੂੰ ਖਤਮ ਕਰਨ ਵਿੱਚ ਸਫਲ ਰਹੀਆਂ ਨੇ, ਤੇ ਸਾਡੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਤੇ ਬਿਲਕੁਲ ਰੋਕ ਲਗਾ ਦਿੱਤੀ ਜਾਵੇਗੀ, ਪਰ ਹਜੇ ਤੱਕ ਕੋਈ ਇਹੋ ਜਿਹੀ ਚੀਜ਼ ਸਾਹਮਣੇ ਨਹੀਂ ਆਈ ਜਿਸ ਨਾਲ ਕਿ ਨਸ਼ੇ ਤੇ ਰੋਕ ਲਾ ਦਿੱਤੀ ਜਾਵੇ। ਆ ਜਿਹੜਾ 4 ਲੱਖ ਗੋਲੀ ਫੜੀ ਗਈ ਹੈ, ਕਿਤੇ ਵਿਕਣੀ ਸੀ ਨਾ, ਇਹ ਰੋਕ ਹੀ ਹੈ। ਔਰ ਇਹੋ ਜਿਹਾ ਮੇਰੇ ਖਿਆਲ ਪਹਿਲਾ ਚਾਂਸ ਹੋਏਗਾ ਕਿ ਜਿਹਦੇ ਵਿੱਚ ਇੰਨੀ ਜਲਦੀ ਐਂਡ ਟੂ ਐਂਡ ਰਿਜ਼ਲਟ ਆਇਆ। ਇੱਕ ਫੈਕਟਰੀ ਨੂੰ ਬੰਦ ਕਰਾਉਣਾ, ਉਹ ਵੀ ਉੱਤਰਾਖੰਡ ਦੇ ਵਿੱਚ ਜਾ ਕੇ, ਔਰ ਉਹਨੂੰ ਨਾਲ ਲੈ ਕੇ ਆਉਣਾ, ਇੱਕ ਮੇਰੇ ਖਿਆਲ ਦੇ ਵਿੱਚ ਇਹ ਪਹਿਲਾ ਬਹੁਤ ਵੱਡਾ ਸਟੈਪ ਹੈ। ਔਰ ਇਹੋ ਜਿਹੇ ਸਟੈਪ ਚੱਕੇ ਜਾਣਗੇ। ਮੈਨੂੰ ਪੂਰੀ ਉਮੀਦ ਹੈ ਕਿ ਸਾਡਾ ਇੱਥੋਂ ਨਸ਼ੇ ਵਾਲਾ ਜਿਹੜਾ ਹੈਗਾ ਇਹ ਜੜੋਂ ਖਤਮ ਹੋ ਸਕਦਾ ਹੈ। ਜੜੋਂ ਹੀ ਖਤਮ ਕਰਨ ਦੀ ਲੋੜ ਹੈ। ਸਰ ਦੋ ਨਦਰ ਇਸ਼ੂ ਹੈਗੇ ਨੇ।
ਹੈਰੀਟੇਜ ਸਟਰੀਟ ਦੇ ਬਾਹਰ ਜਿਹੜੇ ਯਾਤਰੀ ਆਉਂਦੇ ਨੇ ਉਹਨਾਂ ਨੂੰ ਪਰੇਸ਼ਾਨ ਬਹੁਤ ਕੀਤਾ ਜਾਂਦਾ ਹੈ ਰੂਮਸ ਲੈਣ ਵਾਸਤੇ, ਨਾਲ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਨੇ। ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਉਸ ਤੇ ਕੋਈ ਤੁਸੀਂ ਅਨੱਤ ਪਾ ਰਹੇ ਹੋ? ਕਿਉਂਕਿ ਬਿਲਕੁਲ, ਕਈ ਤਰ੍ਹਾਂ ਦੇ ਅਸੀਂ- ਕਰਿੰਦੇ ਹੈਗੇ ਨੇ, ਕਈ ਤਰ੍ਹਾਂ ਦੇ ਲਾਲਚ ਦੇ ਰਹੇ ਨੇ ਉਹ ਲੋਕਾਂ ਨੂੰ। ਅਸੀਂ ਉਹਦੇ ਤੇ ਬਿਲਕੁਲ ਸੰਜੀਦਾ ਵਾਂ। ਜੀ ਅਸੀਂ ਉਹਨਾਂ ਜਿਹੜੇ ਹੋਟਲ ਦੇ ਜਿਹੜੇ ਬੰਦਿਆਂ ਨੂੰ ਉਹਨਾਂ ਨੂੰ ਬੜਾ ਕਲੀਅਰ ਮੈਸੇਜ ਦੇ ਦਿੱਤਾ ਹੈ ਕਿ ਜੇ ਇਹੋ ਜਿਹੀ ਕੋਈ ਗੱਲ ਹੋਈ ਅਸੀਂ ਹੋਟਲ ਸੀਲ ਕਰਾਵਾਂਗੇ ਫਿਰ। ਔਰ ਜੇ ਇਹੋ ਜਿਹਾ ਮਸਲਾ ਸਾਡੇ ਸਾਹਮਣੇ ਆ ਗਿਆ ਜੋ ਕਿ ਕੁਝ ਚੀਜ਼ਾਂ ਆਈਆਂ ਨੋਟਿਸ ਦੇ ਵਿੱਚ ਕਿ ਕੁਝ ਹੋਟਲ, ਸਾਰੇ ਤਾਂ ਨਹੀਂ ਹੋਣਗੇ, ਕੁਝ ਹੋਟਲ ਯਾਤਰੀਆਂ ਨੂੰ ਡਿਫਰੈਂਟ ਅਲਿਓਰਮੈਂਟ ਦੇ ਕੇ ਕਰਦੇ ਨੇ, ਬਿਲਕੁਲ ਉਹਨਾਂ ਨੂੰ ਕਲੀਅਰ ਮੈਸੇਜ ਹੈ ਇਹੋ ਜਿਹਾ ਸਾਡੇ ਨੋਟਿਸ 'ਚ ਆਇਆ ਅਸੀਂ ਪਰਚਾ ਵੀ ਦੇਵਾਂਗੇ ਤੇ ਹੋਟਲ ਵੀ ਸੀਲ ਕਰਾਵਾਂਗੇ। ਸੋ ਇਹ ਬਿਲਕੁਲ ਕਲੀਅਰ ਮੈਸੇਜ ਹੈਗਾ। ਸੀਪੀ ਸਾਹਿਬ ਸੁਲਤਾਨਵਿੰਡ ਪਿੰਡ ਤੇ ਮਕਬੂਲਪੁਰਾ ਜਿੱਥੇ ਕਿ ਕਈ ਵਾਰ ਵੀਡੀਓ ਵਾਇਰਲ ਹੋਈਆਂ ਬਟ ਜੇ ਵੀ ਉੱਥੇ ਨਸ਼ੇ ਦੀ ਖੇਪ ਜਿਹੜੀ ਆ ਆਮ ਵਿਅਕਤੀ ਗਈ ਹੈ ਸਰ, ਉਹਦੇ ਤੇ ਸਰ ਕਿ ਕੁਝ ਫੜਿਆ ਨਹੀਂ ਜਾਂਦਾ, ਸਰਚ ਅਭਿਆਨ ਵੀ ਹੋਏ ਨੇ ਬਟ ਉੱਥੇ ਕੋਈ ਕਾਰਵਾਈ ਸਿਰਫ ਸੀਮਤ ਰਹਿ ਜਾਂਦੀ ਹੈ ਕਾਰਵਾਈ। ਜਿੰਨੇ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਜਿੰਨੇ ਵੀ ਪੁਆਇੰਟ ਆਫ ਸੇਲ ਹੈ ਉਹਨੂੰ ਬਿਲਕੁਲ ਅਸੀਂ ਕਵਰ ਕਰਦੇ ਪਏ ਹਾਂ। ਔਰ ਇਹ ਬੜਾ ਤੁਹਾਡੇ ਮਾਧਿਅਮ ਥਾਣੀ ਬੜੀ ਸਿੰਪਲ ਚੇਤਾਵਨੀ ਹੈ ਕਿ ਜਿਹੜਾ ਕੋਈ ਇਹ ਨਸ਼ੇ ਦਾ ਇਸ ਕੰਮ 'ਚ ਪਵੇਗਾ ਸਰ ਉਹਨਾਂ ਦੇ ਪੂਰਾ ਸੁਲਤਾਨਵਿੰਡ ਇਤਿਹਾਸਿਕ ਪਿੰਡ ਹੈ ਜਿਹਦੀ ਕਿ ਜਿਹੜੀ ਜ਼ਮੀਨ ਹੈ ਜਿਹੜੀ ਗੁਰੂ ਹਰ ਆ ਜਿਹੜਾ ਦਾ 10 ਸਾਹਮਣਾ ਲੱਗਦਾ। ਤੁਹਾਨੂੰ ਪਤਾ ਜਿਹੜਾ 10,000 ਗੋਲੀ ਸੁਲਤਾਨਵਿੰਡ ਤੋਂ ਹੀ ਫੜੀ ਗਈ ਹੈ, ਪਤਾ 3 ਮੁਲਜ਼ਮ ਵੀ ਫੜੇ ਗਏ, ਉਸ ਤੋਂ ਬਾਅਦ ਹੀ ਤੇ ਚੱਲਿਆ ਸਾਰਾ ਅਭਿਆਨ। ਸਰ ਹਾਂਜੀ। ਲਾਸਟ ਕੁਐਸਚਨ, ਨਿਊ ਈਅਰ ਆ ਰਿਹਾ ਹੈਗਾ, ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਪੰਜਾਬ ਪੁਲਿਸ ਵੱਲੋਂ, ਡੀਜੀਪੀ ਸਾਹਿਬ ਵੱਲੋਂ। ਅੰਮ੍ਰਿਤਸਰ ਨੂੰ ਲੈ ਕੇ ਕੀ ਕੁਝ ਤੁਹਾਡੇ ਵੱਲੋਂ ਹਦਾਇਤਾਂ ਨੇ? ਅੰਮ੍ਰਿਤਸਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਕੋਈ ਹੁੱਲੜਬਾਜ਼ ਨੇ ਜਾਂ ਡਰਿੰਕ ਐਂਡ ਡਰਾਈਵ ਕਰਦੇ ਹੈਗੇ ਨੇ, ਕੋਈ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹੋ? ਦੇਖੋ, ਪਹਿਲਾਂ ਤਾਂ ਅੱਜ ਕੱਲ ਕ੍ਰਿਸਮਸ ਦਾ ਬਹੁਤ ਵਧੀਆ ਨਿਕਲਿਆ, ਬਹੁਤ ਵਧੀਆ ਲੋਕਾਂ ਨੇ ਵੀ ਡਿਸਪਲਿਨ 'ਚ ਰਹੇ ਨੇ, ਸਾਡੇ ਵੱਲੋਂ ਵੀ ਪੂਰੀ ਸਤਰਕਤਾ ਸੀਗੀ। ਇਸੇ ਤਰੀਕੇ ਦੇ ਨਾਲ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਨਵਾਂ ਸਾਲ ਵਧੀਆ ਚੜ੍ਹੇ ਔਰ ਸਾਰੇ ਹੀ ਜਿਹੜੇ ਸਾਡੇ ਵਸਿੰਦੇ ਨੇ ਉਹ ਆਪਣਾ ਧਿਆਨ ਰੱਖਣ ਔਰ ਸਾਡੇ ਵੱਲੋਂ ਪੂਰੀ ਸਤਰਕਤਾ ਹੈ। ਕੋਈ ਵੀ ਹੁੱਲੜਬਾਜ਼ੀ ਕਰਦਾ ਉਹਨੂੰ ਪੂਰੇ ਦੇ ਪੂਰਾ ਜਿਹੜਾ ਹੈਗਾ ਅਸੀਂ ਉਹਦੇ ਤੇ ਨੱਥ ਪਾਵਾਂਗੇ ਔਰ ਜਿਹੜਾ ਅਮਨ, ਜਿਹੜਾ ਸ਼ਾਂਤੀ ਉਹਨੂੰ ਪੂਰਾ ਬਰਕਰਾਰ ਕੀਤਾ ਜਾਏ।